ਸਵਾਗਤ ਹੈ ਜੀ ਕਿਸਾਨ ਅਕੈਡਮੀ ਦੇ ਆਨਲਾਈਨ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਭ ਦਾ। ਜਿਵੇਂ ਤੁਹਾਨੂੰ ਪਤਾ ਹੈ ਵੀ ਆਪਾਂ ਮੈਥਸ ਦੇ ਜਿਹੜੇ ਅੱਗੇ ਚੈਪਟਰ ਕੀਤੇ ਆ ਉਹਨਾਂ ਦੇ ਵਿੱਚੋਂ ਹੁਣ ਆਪਾਂ ਜਿਹੜਾ MCQ ਸੀਰੀਜ਼ ਸਟਾਰਟ ਕਰਨ ਲੱਗੇ ਆ। ਜਿਵੇਂ ETT ਦਾ ਜੋ ਐਗਜ਼ਾਮ ਹੋਣ ਵਾਲਾ ਸੈਕਿੰਡ ਪੇਪਰ ਜਾਂ ਕਹਿ ਲਓ ਵੀ ਜੋ ਵੀ ਐਗਜ਼ਾਮ ਹੋਣ ਵਾਲੇ ਜਿਨ੍ਹਾਂ ਦੇ ਵਿੱਚ ਮੈਥਸ ਆਉਣਾ ਉਹਦੇ ਲਈ ਆਪਾਂ ਇੱਕ ਮਿਕਸ MCQ ਸੀਰੀਜ਼ ਸਟਾਰਟ ਕਰਨ ਲੱਗੇ ਜਿਹਦੇ 'ਚ ਆਪਾਂ ਸਾਰੇ ਜਿੰਨੇ ਵੀ ਇੰਪੋਰਟੈਂਟ ਚੈਪਟਰਸ ਬਣਦੇ ਉਹਨਾਂ ਦੇ ਵਿੱਚੋਂ ਕੁਝ MCQ ਵੀ ਵੇਖਾਂਗੇ ਇੰਪੋਰਟੈਂਟ ਜਿਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਬਣਦੇ ਆ। ਤਾਂ ਆਪਾਂ ਸਟਾਰਟ ਕਰਦੇ ਹਾਂ ਨੰਬਰ 1 ਤੋਂ ਕੁਐਸਚਨ ਸਟਾਰਟ ਕਰਦੇ ਹਾਂ। ਦੇਖੋ ਜਿਵੇਂ ਸਕਰੀਨ ਦੇ ਉੱਪਰ ਬੋਰਡ ਦੇ ਉੱਪਰ ਤੁਹਾਡੇ ਦਿਖ ਰਹੇ ਹੋਣਗੇ ਕੁਐਸਚਨ। ਤੋਂ ਫਸਟ ਕੁਐਸਚਨ ਆਪਾਂ ਆਪਣਾ ਦੇਖੋ ਕੋਆਰਡੀਨੇਟ ਜਿਓਮੈਟਰੀ ਦੇ ਵਿੱਚੋਂ ਇਹਨੂੰ ਆਪਾਂ ਸੋਲਵ ਕਰਾਂਗੇ, ਨਾਲ ਸੋਲਵ ਕਰਦੇ ਚੱਲਾਂਗੇ ਆਪਾਂ। ਤਾਂ ਕੁਐਸਚਨ ਕੀ ਕਹਿੰਦਾ ਵੀ K ਦਾ ਮੁੱਲ ਪਤਾ ਕਰੋ ਜੇਕਰ ਕੋਈ ਬਿੰਦੂ P ਬਿੰਦੂ ਹੈ, ਕਹਿੰਦਾ ਬਿੰਦੂ A ਤੇ ਬਿੰਦੂ B ਤੋਂ ਬਰਾਬਰ ਦੂਰੀ ਤੇ, ਮਤਲਬ ਇੱਕ ਲਾਈਨ ਹੈ, ਮੰਨ ਲਓ ਆਹ ਵਾਲਾ ਪੁਆਇੰਟ A ਹੈ, ਆਹ ਵਾਲਾ ਪੁਆਇੰਟ B ਹੈ। ਕਹਿੰਦਾ P ਕੋਈ ਇਹੋ ਜਿਹਾ ਪੁਆਇੰਟ ਹੈ ਜਿਹੜਾ ਇਹਦੇ ਬਿਲਕੁਲ ਵਿਚਕਾਰ ਹੈ ਦੋਵਾਂ ਦੇ। ਤਾਂ ਨਾਲ ਆਪਾਂ ਉਹਨਾਂ ਨੇ ਦੋਵਾਂ ਦੀ ਮੈਜ਼ਰਮੈਂਟ ਵੀ ਪੁਆਇੰਟ ਵੀ ਦਿੱਤੇ ਹੋਏ ਆ। ਕੋਆਰਡੀਨੇਟ ਪੁਆਇੰਟ ਕਿੰਨੇ ਆ ਵੀ B ਦਾ ਪੁਆਇੰਟ ਕਿੰਨਾ 3K ਹੈ ਤੇ K 5 ਹੈ ਤੇ P ਦਾ ਪੁਆਇੰਟ ਕਿੰਨਾ 0 2 ਦਿੱਤਾ ਹੋਇਆ। ਸੋ ਇਹ ਚੀਜ਼ ਆਪਾਂ ਨੂੰ ਦਿੱਤੀ ਹੋਈ ਹੈ। ਦੇਖੋ ਕਹਿੰਦਾ ਬਰਾਬਰ ਦੂਰੀ ਤੇ ਹੈ, ਦੋਵੇਂ ਬਰਾਬਰ ਦੂਰੀ ਤੇ ਨਾ। ਆਹ ਕੀ ਹੁੰਦਾ ਹੈ ਆਪਾਂ ਨੂੰ ਪਤਾ ਵੀ ਆਹ X ਦੀ ਵੈਲਿਊ ਹੁੰਦੀ ਆ, Y ਦੀ ਵੈਲਿਊ ਹੁੰਦੀ ਹੈ। ਆਹ X ਦੀ ਆ, Y ਦੀ, ਆਹ X ਦੀ ਆ, Y ਦੀ। ਜਿਵੇਂ ਗ੍ਰਾਫ ਦੇ ਉੱਪਰ ਹੈ ਨਾ ਆਪਾਂ ਕਰਦੇ ਹਾਂ ਵੀ ਆਹ ਜਿਹੜੀ ਹੌਰੀਜੈਂਟਲ ਲਾਈਨ ਹੈ ਇਹਦੇ ਉੱਪਰ ਆਪਣੀ X ਦੀਆਂ ਵੈਲਿਊਜ਼ ਜਾਂਦੀਆਂ, ਇੱਧਰ ਪੋਜ਼ਿਟਿਵ ਨੈਗੇਟਿਵ ਹੈ ਨਾ। ਆਹ X ਐਕਸਿਸ ਤੇ ਆਹ ਆਪਣਾ Y ਐਕਸਿਸ ਹੁੰਦਾ। ਸੋ ਹੁਣ ਦੇਖੋ ਇਹਦੇ ਦੋ ਫਾਰਮੂਲੇ ਹੁੰਦੇ ਆ, ਇੱਕ ਸੈਕਸ਼ਨ ਫਾਰਮੂਲਾ ਤੇ ਇੱਕ ਡਿਸਟੈਂਸ ਫਾਰਮੂਲਾ। ਦੂਰੀ ਸੂਤਰ ਤੇ ਇੱਕ ਕੀ ਆ ਜਿਹੜਾ ਵਿਭਾਜਨ ਸੂਤਰ ਹੁੰਦਾ। ਤਾਂ ਆਪਾਂ ਦੋਵੇਂ ਲਾ ਸਕਦੇ ਹਾਂ ਇਹਦੇ ਤੇ, ਆਪਣੀ ਇੱਛਾ ਵੀ ਆਪਾਂ ਕਿਹੜਾ ਲਾਉਣਾ ਚਾਹੁੰਦੇ। ਦੇਖੋ ਜਿਵੇਂ ਆਪਾਂ ਨੂੰ ਇਹਦੀ ਰੇਸ਼ੋ ਪਤਾ ਹੈ, ਹੁਣ ਰੇਸ਼ੋ ਪਤਾ ਕਿ ਇਕੁਅਲ ਡਿਸਟੈਂਸ ਹੈ ਤਾਂ ਮਤਲਬ 1:1 ਦੇ ਵਿੱਚ ਡਿਵਾਈਡ ਹੋਇਆ ਇਸ ਪੁਆਇੰਟ ਨੇ 1:1 ਦੇ ਵਿੱਚ ਡਿਵਾਈਡ ਕੀਤਾ ਹੋਇਆ। ਤਾਂ ਆਪਾਂ ਕੀ ਕਰਾਂਗੇ ਡਾਇਰੈਕਟ ਸੈਕਸ਼ਨ ਫਾਰਮੂਲਾ ਲਾ ਦਾਂਗੇ। ਤਾਂ ਸੈਕਸ਼ਨ ਫਾਰਮੂਲਾ ਮੇਰਾ ਕੀ ਕਹਿੰਦਾ, ਦੇਖੋ ਸੈਕਸ਼ਨ ਫਾਰਮੂਲਾ ਕੀ ਕਹਿੰਦਾ, ਆਪਾਂ ਨੂੰ ਉਹਨੇ K ਦੀ ਵੈਲਿਊ ਫਾਈਂਡ ਕਰਨ ਨੂੰ ਗਿਆ। ਤਾਂ ਆਪਾਂ ਕੀ ਕਰਦੇ ਹਾਂ, ਦੇਖੋ ਆਪਾਂ ਇਸ ਪੁਆਇੰਟ ਦੇ ਕੋਆਰਡੀਨੇਟ ਫਾਈਂਡ ਕਰਨ ਵਾਸਤੇ ਕੀ ਕਰਦੇ ਹੁੰਦੇ ਹਾਂ, ਫਾਰਮੂਲਾ ਲਾਉਣੇ M1 x2 + M2 x1 ਡਿਵਾਈਡਡ ਬਾਏ M1 + M2 ਹੋ ਗਿਆ। ਯਾਨੀ ਆ X ਕੀ ਹੈ, ਆ ਇਹ ਵਾਲਾ ਪੁਆਇੰਟ ਹੈ ਵੀ ਜੋ ਪੁਆਇੰਟ ਬਰਾਬਰ ਇਕੁਅਲ ਦੇ ਵਿੱਚ ਵੰਡ ਰਿਹਾ। ਇਹ ਕੀ ਹੈ 0 ਆਪਾਂ ਨੂੰ ਗਿਵਨ। ਤਾਂ M1 ਮੇਰਾ ਕਿੰਨਾ, M1 ਤੇ M2 ਕੀ ਹੁੰਦਾ, ਆਹ ਵਾਲਾ M1 ਹੁੰਦਾ, ਆਹ ਵਾਲਾ M2 ਹੁੰਦਾ। ਮਤਲਬ ਜੋ ਰੇਸ਼ੋ ਦੇ ਵਿੱਚ ਇਹ ਪੁਆਇੰਟ ਇਸ ਲਾਈਨ ਨੂੰ ਡਿਵਾਈਡ ਕਰ ਰਿਹਾ। ਤਾਂ ਮੇਰੇ ਕੋਲ M1 ਤੇ M2 ਤਾਂ 1 ਹੀ ਹੈ, 1 ਹੀ ਦੋਨੇ 1। ਤਾਂ x2 ਕਿੰਨਾ ਹੈ, x2 ਮੇਰਾ ਆਹ ਵਾਲਾ ਹੋ ਗਿਆ, ਆਹ x1 y1 ਮੰਨ ਲਿਆ। ਤਾਂ x2 ਮੇਰੇ ਕੋਲ ਕਿੰਨਾ K ਹੈ ਪਲੱਸ M2 ਮੇਰਾ ਕਿੰਨਾ 2 ਹੈ, ਸੌਰੀ 1 ਹੈ। ਤੇ x1 ਮੇਰੇ ਕੋਲ ਕਿੰਨਾ 3 ਦਿੱਤਾ ਹੋਇਆ ਡਿਵਾਈਡਡ ਬਾਏ 1 + 1। ਇਹ ਚੀਜ਼ ਹੋ ਗਈ। ਤਾਂ ਮੇਰੇ ਕੋਲ ਫਾਈਨਲੀ ਗੱਲ ਕੀ ਆਈ ਹੈ, ਫਾਈਨਲੀ ਇਹ ਗੱਲ ਆਈ ਹੈ ਵੀ ਮੇਰੇ ਕੋਲ ਆਹ 1 + 1 2 ਹੈ। ਇਹਨੇ ਜੇ ਇੱਧਰ ਲੈ ਗਏ ਤਾਂ 2 ਰਹਿ ਗਿਆ, ਮਤਲਬ K + 3 = 0 ਤੇ K = -3 ਆ ਗਿਆ। ਹੁਣ ਦੇਖੋ ਤਿੰਨ ਤਰੀਕੇ ਸੀ ਇਹਨੂੰ ਕਰਨ ਦੇ, ਜਾਂ ਤਾਂ ਆਪਾਂ ਇਹ ਚੱਕ ਲਿਆ ਜਾਂ ਆਪਾਂ Y ਦਾ ਕੋਆਰਡੀਨੇਟ ਚੱਕ ਲੈਂਦੇ ਵੀ Y ਬਰਾਬਰ ਕਿਹਦੇ ਹੁੰਦਾ M1 y2 + M2 y1 ਡਿਵਾਈਡਡ ਬਾਏ M1 ਅਪੋਨ M2। ਇਹ ਵੀ ਤਰੀਕਾ ਸੀ। ਥਰਡ ਆਪਣਾ ਡਿਸਟੈਂਸ ਫਾਰਮੂਲਾ, ਉਹ ਕੀ ਕਰਦੇ ਹੁੰਦੇ ਆਪਾਂ, ਉਹੀ ਚੀਜ਼ ਹੈ। ਉਹ 'ਚ ਕੀ ਕਰਦੇ ਆਪਾਂ x1 - x2 ਜਾਂ x2 ਕਹਿ ਲਓ, x2 - x1 ਦਾ ਸਕੇਅਰ ਪਲੱਸ y1 ਦਾ ਸਕੇਅਰ ਉੱਤੇ ਰੂਟ ਆ ਗਿਆ। ਇਹ ਡਿਸਟੈਂਸ ਕੱਢਣ ਦਾ ਫਾਰਮੂਲਾ ਸੀਗਾ, ਚਾਹੇ ਇਹ ਯੂਜ਼ ਕਰ ਲੈਂਦੇ। ਤਿੰਨੋਂ ਫਾਰਮੂਲੇ ਆਪਾਂ ਲਿਖ ਲਿਆ, ਡਿਟੇਲ 'ਚ ਜ਼ਿਆਦਾ ਹੁਣ ਆਪਾਂ ਨਹੀਂ ਜਾਵਾਂਗੇ, ਕੁਐਸਚਨ ਸੋਲਵ ਕਰ ਲਿਆ ਆਪਾਂ। ਸੋ ਇਸ ਤਰ੍ਹਾਂ ਜਿਹੜਾ ਫਸਟ ਕੁਐਸਚਨ ਆਪਣਾ ਸੋਲਵ ਹੋਣਾ ਹੀ -3 ਦਾ ਆਨਸਰ ਆ ਜਾਊਗਾ। ਤਾਂ ਸੈਕਿੰਡ ਕੁਐਸਚਨ ਦੇਖੋ, ਸੈਕਿੰਡ ਕੁਐਸਚਨ ਕੀ ਹੈ AP ਦੇ ਵਿੱਚੋਂ ਅਰਥਮੈਟਿਕ ਪ੍ਰੋਗਰੈਸ਼ਨ ਜਾਂ ਜਿਹਨੂੰ ਅੰਕ ਗਣਿਤਕ ਲੜੀ ਬੋਲਦੇ ਆ, ਉਹਦੇ ਵਿੱਚੋਂ ਕੀ ਕੁਐਸਚਨ ਹੈ। ਦੇਖੋ ਆਪਾਂ ਨੂੰ ਇੱਕ ਸੀਰੀਜ਼ ਦਿੱਤੀ ਹੋਈ ਹੈ, ਸੀਰੀਜ਼ ਦੇ ਵਿੱਚ ਕੀ ਕਹਿੰਦਾ ਉਹ, ਮੰਨ ਲਓ 5 8 11 95 ਇਹ ਸੀਰੀਜ਼ ਹੈ। ਤਾਂ ਕਹਿੰਦਾ ਦੱਸੋ ਇਹਦੀਆਂ ਟਰਮਸ ਕਿੰਨੀਆਂ। ਆ ਟਰਮਸ ਦੇਖੋ 5 8 11 ਇੱਦਾਂ ਕਰਦੇ ਕਹਿੰਦਾ 95 ਤੱਕ ਪਹੁੰਚ ਗਏ। ਹੁਣ ਇਹ AP ਹੈ, ਕਿਵੇਂ ਪਤਾ ਲੱਗਿਆ, ਇੱਥੋਂ ਵੀ +3 ਹੋ ਰਿਹਾ, ਇੱਥੋਂ ਵੀ +3 ਹੋ ਰਿਹਾ। ਤਾਂ ਮਤਲਬ ਇਹ ਅੱਗੇ ਦੇ ਅੱਗੇ ਇੱਥੇ 14 ਆ ਜਾਊਗਾ, ਇੱਥੇ ਵੀ +3 ਹੋਊਗਾ, ਤਾਂ 3 ਵੱਧ ਰਿਹਾ। ਇਹ ਚੀਜ਼ ਹੈ। ਤਾਂ ਮੈਂ ਕੀ ਚੀਜ਼ਾਂ ਦੇਖਦਾ ਹੁੰਦਾ, ਇੱਕ ਮੈਂ ਦੇਖਦਾ ਨਾ A ਫਸਟ ਟਰਮ, ਪਹਿਲੀ ਜਿਹੜੀ ਟਰਮ ਕਿੰਨੀ ਹੈ 5 ਹੈ। ਇੱਕ ਮੈਂ ਦੇਖਦਾ ਨਾ D ਕੀ ਹੁੰਦਾ ਕਾਮਨ ਡਿਫਰੈਂਸ, ਜਿਹੜਾ 3 ਕਰਕੇ ਵੱਧ ਰਿਹਾ। ਇਹ ਕੀ ਹੈ ਮੇਰਾ D ਆ ਗਿਆ। ਇੱਕ ਮੈਂ ਦੇਖਦਾ ਨਾ ਆਖਰੀ ਟਰਮ ਮੈਂ ਉਹਨੂੰ ਬੋਲਦਾ AN, ਉਹ ਵੀ ਮੈਨੂੰ ਗਿਵਨ ਦਿੱਤੀ ਇਹਨਾਂ ਨੇ ਕਿੰਨੀ 95।
5 ਕਹਿੰਦੇ ਇਹਦੇ ਵਿੱਚ ਟਰਮਸ ਦੀ ਸੰਖਿਆ ਪਤਾ ਕਰੋ, ਮਤਲਬ ਇਹਦੇ ਵਿੱਚ ਕੁੱਲ ਕਿੰਨੇ ਪਦ ਹੈ ਉਹਨਾਂ ਦੀ ਸੰਖਿਆ ਪਤਾ ਕਰੋ। ਤਾਂ ਉਹ ਮੇਰੇ ਕੋਲ ਕੀ ਹੈ n ਹੈ। n ਮੈਨੂੰ ਕੀ ਹੈ ਗਿਵਨ ਨਹੀਂ ਦਿੱਤਾ ਹੋਇਆ ਨੇ। ਤਾਂ ਕਿਹੜਾ ਫਾਰਮੂਲਾ ਅਪਲਾਈ ਹੋਇਆ? ਦੇਖੋ AP ਦੇ ਵਿੱਚ ਅਗੇਨ ਦੋ ਫਾਰਮੂਲੇ ਹੁੰਦੇ ਆ। ਇੱਕ ਹੁੰਦਾ an ਇਜ਼ ਇਕੁਅਲ ਟੂ ਕੀ ਹੁੰਦਾ ਆਪਣਾ a ਪਲੱਸ n ਇੰਟੂ n ਮਾਈਨਸ 1 ਇੰਟੂ d ਹੁੰਦਾ। ਇੱਕ ਮੇਰੇ ਕੋਲ SN ਹੁੰਦਾ, ਉਹ ਕਿੰਨਾ ਹੁੰਦਾ n ਬਾਏ 2 ਇੰਟੂ 2a ਪਲੱਸ n ਮਾਈਨਸ 1 d। ਇਹ ਵਾਲਾ ਫਾਰਮੂਲਾ ਹੁੰਦਾ। ਇਹ ਕੀ ਹੁੰਦਾ ਸਮ ਵਾਸਤੇ, ਮਤਲਬ ਜਦੋਂ ਕਿਸੇ AP ਦਾ ਆਪਾਂ ਨੂੰ ਸਮ ਕਰਨ ਨੂੰ ਕਹਿੰਦੇ ਨੇ, ਇਹ ਕੀ ਹੁੰਦਾ ਆਪਣਾ ਸਿੰਪਲ ਫਾਰਮੂਲਾ ਆਪਾਂ ਇੱਥੇ ਯੂਜ਼ ਕਰਾਂਗੇ ਕਿਉਂਕਿ ਆਪਾਂ ਨੂੰ AN ਵੀ ਪਤਾ ਹੈ, A ਵੀ ਪਤਾ ਹੈ, D ਵੀ ਪਤਾ ਹੈ, N ਆਪਾਂ ਫਾਈਂਡ ਕਰਨੀ ਹੈ। N ਆਪਾਂ ਫਾਈਨਲੀ ਪੁੱਟ ਕਰ ਦਿਆਂਗੇ, ਸਾਰੀਆਂ ਵੈਲਿਊਜ਼ ਇਹਦੇ ਵਿੱਚ ਪੁੱਟ ਕਰ ਦਿਆਂਗੇ ਤਾਂ ਮੇਰੇ ਕੋਲ N ਦੀ ਵੈਲਿਊ ਨਿਕਲ ਆਊਗੀ। ਤਾਂ ਆਪਾਂ ਇੱਥੇ ਕਰ ਦਿੰਨੇ ਆ 95 A ਮੈਨੂੰ ਕਿੰਨਾ ਦਿੱਤਾ ਹੈ 5, N ਮੈਨੂੰ ਗਿਵਨ ਨਹੀਂ, N ਨੂੰ ਮੈਂ N ਹੀ ਲਿਖ ਲੈਣਾ, D ਮੈਨੂੰ ਕਿੰਨਾ ਦਿੱਤਾ ਹੈ 3 ਦਿੱਤਾ ਹੈ। ਤਾਂ ਕੀ ਆ ਗਿਆ 95 ਮਾਈਨਸ 5, ਇਹ ਕਿੰਨਾ ਆ ਗਿਆ 3n ਮਾਈਨਸ 3 ਹੋ ਗਿਆ। ਤਾਂ 90 ਇਜ਼ ਇਕੁਅਲ ਟੂ 3n ਮਾਈਨਸ 3, ਇਹ ਕਿੰਨਾ ਆ ਗਿਆ 90 ਪਲੱਸ 3 ਇਜ਼ ਇਕੁਅਲ ਟੂ 3n। 93 ਇਜ਼ ਇਕੁਅਲ ਟੂ 3n, 3 ਨਾਲ ਇਹਨੇ ਕੈਂਸਲ ਹੋ ਗਿਆ, 3 3 ਜਾਂ 9, n ਦੀ ਵੈਲਿਊ ਕਿੰਨੀ ਹੈਗੀ 31 ਆ ਗਈ। ਮਤਲਬ ਕਿ ਮੇਰੇ ਕੋਲੇ ਨੰਬਰ ਆਫ ਟਰਮਸ, ਮਤਲਬ ਇਸ ਲੜੀ ਦੇ ਵਿੱਚ ਕੁੱਲ ਪਦਾਂ ਦੀ ਸੰਖਿਆ ਕਿੰਨੀ ਹੈ 31 ਹੈ। ਸੋ ਇਹ ਆਪਣਾ ਜਿਹੜਾ ਸੈਕੰਡ ਕੁਐਸਚਨ ਦਾ ਆਨਸਰ ਸੀਗਾ। ਥਰਡ ਕੁਐਸਚਨ ਦੇਖੋ ਆਪਣਾ ਹੈਗਾ ਇਕੁਏਸ਼ਨਸ ਦੇ ਵਿੱਚੋਂ। ਇਕੁਏਸ਼ਨ ਕਿਹੜੀ? ਲੀਨੀਅਰ ਇਕੁਏਸ਼ਨ ਵਿਦ 2 ਵੇਰੀਏਬਲਸ। ਦੇਖੋ ਇਕੁਏਸ਼ਨਸ ਕਦੋਂ ਬਣਦੀ ਹੈ? ਜਦੋਂ ਮੇਰੇ ਕੋਲੇ ਕੌਨਸਟੈਂਟ ਦੇ ਨਾਲ ਵੇਰੀਏਬਲਸ ਆ ਜਾਂਦੇ ਆ, ਮਤਲਬ ਇੰਗਲਿਸ਼ ਦੇ ਲੈਟਰਸ ਆ ਜਾਂਦੇ ਆ। ਕਹਿੰਦਾ ਇਹਨੂੰ ਹੱਲ ਕਰੋ। ਹੱਲ ਕਰਨ ਦਾ ਮਤਲਬ x ਤੇ y ਦੀਆਂ ਵੈਲਿਊਜ਼ ਫਾਈਂਡ ਕਰੋ। ਦੇਖੋ 2-3 ਤਰੀਕੇ ਹੁੰਦੇ ਆਪਾਂ ਨੂੰ ਇਸ ਕੁਐਸਚਨ ਨੂੰ ਸੋਲਵ ਕਰਨ ਦੇ, ਹਨਾ। ਇੱਕ ਤਾਂ ਹੁੰਦਾ ਵੀ ਇੱਕ ਦੇ ਵਿੱਚੋਂ ਵੈਲਿਊ ਪੁੱਟ ਕਰੋ, ਜਿਵੇਂ ਮੰਨ ਲਓ ਮੈਂ ਕਹਾਂ ਦੋ ਵਾਲੀਆਂ ਦੋ ਆਪਣੇ ਕੋਲ ਕੀ ਹੈ ਅਲੱਗ-ਅਲੱਗ ਕੀ ਬਣਦੀਆਂ ਆਪਣੇ ਕੋਲੇ ਇਕੁਏਸ਼ਨਸ ਹੈ। ਤਾਂ ਇਸ ਇਕੁਏਸ਼ਨ ਦੇ ਵਿੱਚੋਂ ਜਾਂ ਤਾਂ ਮੈਂ ਇਹਨੂੰ ਕੀ ਕਰੂੰਗਾ ਇੱਕ ਦੇ ਵਿੱਚੋਂ ਵੈਲਿਊ ਚੱਕ ਕੇ ਦੂਜੇ ਦੇ ਵਿੱਚ ਪੁੱਟ ਕਰ ਦੂੰਗਾ, ਇਹਨੂੰ ਡਿਸਪਲੇਸ ਮੈਥਡ ਬੋਲਦੇ ਆ। ਇੱਕ ਮੇਰੇ ਕੋਲ ਤਰੀਕਾ ਕੀ ਹੁੰਦਾ ਵੀ ਇੱਕ ਦੇ ਮੈਂ ਵੇਰੀਏਬਲ ਸੇਮ ਕੌਨਸਟੈਂਟ ਮੈਂ ਸੇਮ ਕਰ ਲੈਣਾ, ਕੋਐਫੀਸ਼ੀਐਂਟ ਮੈਂ ਸੇਮ ਕਰ ਲੈਣਾ, ਫਿਰ ਉਹਨੂੰ ਮੈਂ ਕੀ ਕਰ ਦੂੰਗਾ ਐਲੀਮੀਨੇਟ ਕਰ ਦੂੰਗਾ। ਦੇਖੋ ਕੀ ਦਿਖ ਰਿਹਾ ਇੱਥੇ 1y ਹੈ, ਇੱਥੇ 2y ਹੈ। ਤਾਂ ਇੱਥੇ ਮੇਰਾ ਸੌਖਾ ਸਰਦਾ ਵੀ ਮੈਂ ਇਕੱਲੀ ਜੇ ਇਸ ਇਕੁਏਸ਼ਨ ਨੂੰ ਸਾਰੀ ਨੂੰ 2 ਦੇ ਨਾਲ ਮਲਟੀਪਲਾਈ ਕਰਦੇ ਆ ਤਾਂ ਮੇਰੇ ਕੋਲ 2y ਇੱਕੋ ਜਿਹਾ ਹੋ ਜਾਊਗਾ। ਜੇ ਮੈਂ 2y ਇੱਕੋ ਜਿਹਾ ਲਿਆਂਦਾ ਤਾਂ ਮੇਰੇ ਕੋਲ ਕੀ ਆਨਸਰ ਕੱਢਣਾ ਸੌਖਾ ਹੋ ਜੂ। ਇਹਨੂੰ ਮੈਂ ਸਾਰੀ ਨਾਲ ਗੁਣਾ ਕਰ ਦੇਣਾ 6x ਮਾਈਨਸ 2y ਬਰਾਬਰ 6, ਥੱਲੇ ਕਿੰਨਾ 7x ਪਲੱਸ 2y ਬਰਾਬਰ 20। ਮਤਲਬ ਜੇ ਆਪਾਂ ਕਿਸੇ ਚੀਜ਼ ਨਾਲ ਮਲਟੀਪਲਾਈ ਨਹੀਂ ਕੀਤਾ ਤਾਂ ਮੰਨ ਲਓ ਵੀ ਇਹਨੂੰ ਆਪਾਂ 1 ਨਾਲ ਮਲਟੀਪਲਾਈ ਕਰਤਾ, ਫਰਕ ਤਾਂ ਕੋਈ ਪੈਂਦਾ ਨਹੀਂ ਨਾ। ਜਦੋਂ ਇਕੁਅਲ ਦੇ ਵਿੱਚ ਇਕੁਏਸ਼ਨ ਹੈ ਬੈਲੈਂਸ ਕਰਤੀ ਆਪਾਂ, ਇੱਧਰ ਵੀ ਮਲਟੀਪਲਾਈ ਕਰਤਾ ਇੱਧਰ ਵੀ ਮਲਟੀਪਲਾਈ ਕਰਤਾ। ਤਾਂ ਹੁਣ ਮੇਰੇ ਕੋਲ ਕੀ ਆ ਗਿਆ ਦੇਖੋ, ਮੈਨੂੰ ਸਾਈਨ ਚੇਂਜ ਕਰਨ ਦੀ ਲੋੜ ਨਹੀਂ ਪਈ। ਯੂਜ਼ਲੀ ਆਪਾਂ ਕੀ ਕਰਦੇ ਹਾਂ ਇੱਥੇ ਸਾਈਨ ਚੇਂਜ ਕਿਉਂ ਕਰਦੇ ਹਾਂ? ਕਿਉਂਕਿ ਜਦੋਂ ਇੱਕੋ ਜਿਹੇ ਸਾਈਨ ਆ ਜਾਂਦੇ ਆ ਤਾਂ ਇੱਥੇ ਆਲਰੇਡੀ ਪਲੱਸ ਹੈ, ਇੱਥੇ ਆਲਰੇਡੀ ਮਾਈਨਸ ਪਿਆ, ਤਾਂ ਇਹ ਕੀ ਹੈ ਕੈਂਸਲ ਹੋ ਗਏ, ਇਹ ਆਪਸ ਵਿੱਚ ਕੈਂਸਲ ਹੋ ਗਏ। ਤਾਂ ਕੀ ਹੋ ਗਿਆ ਹੁਣ ਮੇਰੇ ਕੋਲੇ ਇਹ ਕਿੰਨਾ 7 ਤੇ 6 13x ਬਰਾਬਰ 20 ਤੇ 6 26। ਮੇਰੇ ਕੋਲੇ x ਦੀ ਵੈਲਿਊ ਨਿਕਲ ਕੇ ਕੀ ਆ ਗਈ 2 ਨਿਕਲ ਕੇ ਆ ਗਈ। ਹੁਣ x ਦੀ ਵੈਲਿਊ 2 ਆ ਗਈ, ਇਹਨੂੰ ਮੈਂ ਚਾਹੇ ਇੱਥੇ ਭਰ ਦਿਆਂ, ਚਾਹੇ ਇੱਥੇ ਭਰ ਦਿਆਂ, ਚਾਹੇ ਇੱਥੇ ਕਿਤੇ ਵੀ ਭਰ ਦਿਆਂ, ਮੈਨੂੰ y ਦੀ ਵੈਲਿਊ ਜਿਹੜੀ ਹੈ ਪ੍ਰੋਪਰ ਮਿਲ ਜੂ। ਮੰਨ ਲਓ ਮੈਂ ਇਹਦੇ ਵਿੱਚ ਹੀ ਭਰ ਦਿੰਦਾ, ਹਨਾ, ਇਹਦੇ ਵਿੱਚ ਹੀ ਭਰ ਦਿੰਦੇ ਆਪਾਂ x ਦੀ ਵੈਲਿਊ 2 ਇੱਥੇ ਸੈਕਿੰਡ ਦੇ ਵਿੱਚ 7 × 2 ਪਲੱਸ 2y ਬਰਾਬਰ 20। ਤਾਂ 14 ਪਲੱਸ 2y ਬਰਾਬਰ 20 ਮੇਰੇ ਕੋਲੇ 2y ਬਰਾਬਰ 20 ਮਾਈਨਸ 14 ਬਰਾਬਰ 6, 2 ਨਾਲ 6 ਕੱਟਿਆ ਗਿਆ 3, y ਬਰਾਬਰ 3 ਮੇਰੇ ਕੋਲ ਆਨਸਰ ਆ ਗਿਆ। ਤਾਂ ਮੇਰੇ ਕੋਲ y ਦੀ ਵੈਲਿਊ ਕਿੰਨੀ ਆ ਗਈ 3 ਆ ਗਈ। ਜੋ ਵੈਲਿਊ ਤੁਹਾਨੂੰ ਕਹੀ ਹੋਵੇ ਉਹ ਫਾਈਂਡ ਕਰਤੀ ਆਪਾਂ। ਇਹਨੂੰ ਆਪਾਂ ਬੋਲਦੇ ਹਾਂ ਐਲੀਮੀਨੇਸ਼ਨ ਮੈਥਡ। ਉਹ ਚੀਜ਼ ਤੁਹਾਨੂੰ ਪਤਾ ਹੋਵੇ ਚਾਹੇ ਨਾ ਪਤਾ ਹੋਵੇ, ਉਹ ਕੋਈ ਐਡਾ ਮੈਟਰ ਨਹੀਂ ਕਰਦਾਗਾ, ਬਸ ਤੁਹਾਨੂੰ ਕੱਢਣੀ ਆਉਣੀ ਚਾਹੀਦੀ ਵੀ ਕਰਦੇ ਆਪਾਂ ਕਿਵੇਂ ਆ। ਸੋ ਫੋਰਥ ਕੁਐਸਚਨ ਕੀ ਹੈ ਆਪਣਾ? ਫੋਰਥ ਕੁਐਸਚਨ ਦੇਖੋ ਕੀ ਹੈ 2 ਘਾਤੀ ਸਮੀਕਰਨ, ਹਨਾ, ਕੁਆਡਰੈਟਿਕ ਇਕੁਏਸ਼ਨ ਜਿਹਨੂੰ ਬੋਲਦੇ ਆਪਾਂ, ਜਿਹਦੀ ਡਿਗਰੀ 2 ਹੁੰਦੀ ਆ, ਹਨਾ। ਇਹ ਵੀ ਕੁਐਸਚਨ ਬਣ ਸਕਦਾ ਵੀ ਕੁਆਡਰੈਟਿਕ ਇਕੁਏਸ਼ਨ ਦੀ ਡਿਗਰੀ ਕਿੰਨੀ ਹੁੰਦੀ 2। ਡਿਗਰੀ ਕਿਵੇਂ ਪਤਾ ਕਰਦੇ ਆਪਾਂ? ਜਿਹੜੀ ਵੇਰੀਏਬਲ ਹੁੰਦਾ ਹੈ ਇੱਕੋ ਹੀ ਵੇਰੀਏਬਲ ਹੁੰਦਾ ਹੈ, ਇੱਕ ਚੀਜ਼ ਨੋਟ ਕਰੋ ਇਹਦੇ 'ਚ ਇੱਕੋ ਹੀ ਵੇਰੀਏਬਲ ਹੁੰਦਾ, ਉਸ ਵੇਰੀਏਬਲ ਦਾ ਜਿਹੜੀ ਹਾਈਐਸਟ ਪਾਵਰ ਹੁੰਦੀ ਹੈ ਆ 2 ਹੈ, ਇਹ ਇਹਦੀ ਕੀ ਹੈ ਡਿਗਰੀ ਹੈ। ਤਾਂ ਇਹਦੇ ਵਿੱਚ ਹਮੇਸ਼ਾ x ਦੀਆਂ 2 ਵੈਲਿਊਜ਼ ਨਿਕਲਣਗੀਆਂ। ਤਾਂ ਇੱਥੇ ਆਪਾਂ ਨੂੰ ਕੀ ਕਹਿੰਦਾ ਸਿਰਫ ਮੂਲਾਂ ਦੀ ਪ੍ਰਕਿਰਤੀ ਪਤਾ ਕਰੋ। ਮੂਲ ਮੀਨਸ ਰੂਟਸ ਕਿਹੜੇ ਹੁੰਦੇ x ਦੀਆਂ ਕੋਈ ਵੀ 2 ਵੈਲਿਊਜ਼ ਨਿਕਲਣਗੀਆਂ ਨਾ, ਤਾਂ ਉਹ ਵੈਲਿਊਜ਼ ਕਿਹੋ ਜਿਹੀਆਂ ਨਿਕਲਣਗੀਆਂ ਰੀਅਲ ਜਾਂ ਕੀ ਹੈ ਇਕੁਅਲ। ਹਮੇਸ਼ਾ ਯਾਦ ਰੱਖੋ ਵੀ x ਦੀਆਂ 2 ਹੀ ਵੈਲਿਊ ਆਉਣਗੀਆਂ, 2 ਹੀ ਆਉਣਗੀਆਂ, ਚਾਹੇ ਉਹ ਇੱਕੋ ਵੈਲਿਊ ਹੋਵੇ। ਚਾਹੇ ਮੈਂ ਕਹਾਂ x ਬਰਾਬਰ 2 ਹੈ, ਦੋਨੇ ਵਾਰੀ 2 ਨਿਕਲਿਆ ਤਾਂ ਮੈਂ 2 ਕਹੂੰਗਾ, 2 ਹੀ ਆਊਂਗਾ। ਤਾਂ 3 ਕੰਡੀਸ਼ਨਾਂ ਹੁੰਦੀਆਂ, ਇੱਕ ਹੁੰਦੀਆਂ
ਵੀ ਅਲੱਗ-ਅਲੱਗ ਰੂਟਸ ਹੋ ਗਏ ਤੇ ਕੀ ਆ ਰੀਅਲ ਵੀ ਹੋ ਗਏ। ਮੰਨ ਲਓ ਕਹਿ ਲਓ ਇੱਕ ਦੀ ਵੈਲਿਊ 2 ਆ ਗਈ, ਇੱਕ 3 ਆ ਗਈ। ਇੱਕ ਕੰਡੀਸ਼ਨ ਹੁੰਦੀ ਮੇਰੇ ਕੋਲ 2 ਤੇ 2 ਹੀ ਆ ਜੇ। ਇੱਕ ਕੰਡੀਸ਼ਨ ਮੇਰੇ ਕੋਲ ਕੀ ਹੁੰਦੀ ਹੈ ਵੀ ਰੀਅਲ ਵੈਲਿਊ ਨਹੀਂ ਨਿਕਲਦੀ ਗੀ ਮੇਰੇ ਕੋਲ। ਰੀਅਲ ਵੈਲਿਊ ਨਾ ਨਿਕਲਣ ਦਾ ਮਤਲਬ ਮੇਰੇ ਕੋਲ ਰੂਟ ਦੇ ਅੰਦਰ ਮਾਈਨਸ ਕਰਕੇ ਇਦਾਂ ਦੀ ਕੋਈ ਵੈਲਿਊ ਨਿਕਲ ਆਉਂਦੀ ਆਈਟਾ, ਇਹ ਚੀਜ਼ ਹੁੰਦੀ ਆ। ਉਹ ਹੁੰਦੀ ਆ ਕੰਪਲੈਕਸ ਨੰਬਰਸ, ਕੰਪਲੈਕਸ ਵੈਲਿਊ, ਜਾਂ ਕਹਿ ਲਓ ਅਪ੍ਰਕਿਰਤਕ ਸੰਖਿਆਵਾਂ ਬੋਲ ਸਕਦੇ ਹਾਂ ਨਾ ਆਪਾਂ। ਉਹ ਕਿਵੇਂ ਕੱਢਦੇ ਆਪਾਂ? ਇੱਕ ਡਿਸਕ੍ਰਿਮੀਨੇਟ ਹੁੰਦਾ। ਡਿਸਕ੍ਰਿਮੀਨੇਟ ਕਿਵੇਂ ਕਰਦੇ ਆਪਾਂ? b² - 4ac, b² - 4ac ਦੇ ਬੇਸ ਤੇ ਆਪਾਂ ਕੁਐਸਚਨ ਕਰਦੇ ਹਾਂ। b² ਮਤਲਬ ਆਹ ਕੀ ਹੈ? ਮੇਰੇ ਕੋਲ a ਹੈ, ਆਹ ਮੇਰੇ ਕੋਲ b ਹੈ, ਆਹ ਮੇਰੇ ਕੋਲ c ਹੈ। ਠੀਕ ਹੈ ਜੀ। ਇਹਦੇ ਵਿੱਚ ਨੋਟ ਕਰਨਾ ਹੈ ਵੀ ਜਿਹੜੇ ਸਾਈਨ ਹੈ ਉਹਨੂੰ ਵੀ ਨਾਲ ਚੱਕਣਾ। ਜੇ ਪਲੱਸ ਦਾ ਤਾਂ ਪਲੱਸ ਦਾ, ਜੇ ਮਾਈਨਸ ਦਾ ਮਾਈਨਸ ਦਾ। ਤਾਂ b ਮੇਰਾ ਕਿੰਨਾ ਹੈ? 5 ਹੈ। ਲੈਣੇ ਇਕੱਲੇ ਕੋਐਫੀਸ਼ੀਐਂਟ ਹਾਂ ਕੋਐਫੀਸ਼ੀਐਂਟ ਹੈ, ਕੌਨਸਟੈਂਟ ਵੈਲਿਊ। x ਨੂੰ ਨਹੀਂ ਚੱਕਣਾ ਨਾਲ। 5 ਦਾ ਸਕੁਅਰ ਮਾਈਨਸ 4 ਗੁਣਾ, ਠੀਕ ਹੈ ਜੀ, 4 ਗੁਣਾ ਕਿੰਨਾ ਹੋ ਗਿਆ? b² - 4ac ਕਰਨ ਲੱਗੇ ਨਾ, ਤਾਂ 4 ਗੁਣਾ a ਗੁਣਾ c, 5 5 25, 6 ਚੌਕਾ 24, 1 ਵੈਲਿਊ ਆ ਗਈ। ਤਾਂ ਮੇਰੇ ਕੋਲ d ਦੀ ਵੈਲਿਊ 1 ਆ ਗਈ। ਦੇਖੋ d ਦੀਆਂ 3 ਵੈਲਿਊ ਹੁੰਦੀਆਂ, ਜਾਂ ਤਾਂ d ਦੀ ਵੈਲਿਊ ਕੀ ਹੁੰਦੀ ਹੈ? ਪੋਜ਼ਿਟਿਵ ਹੁੰਦੀ ਹੈ, ਜਾਂ d ਦੀ ਵੈਲਿਊ ਕੀ ਹੁੰਦੀ ਹੈ? ਨੈਗੇਟਿਵ ਹੁੰਦੀ ਹੈ, ਤੇ ਜਾਂ d ਦੀ ਵੈਲਿਊ ਕੀ ਹੁੰਦੀ ਹੈ? ਬਰਾਬਰ 0 ਹੁੰਦੀ ਹੈ। ਜਦੋਂ ਤਾਂ 0 ਬਰਾਬਰ ਹੁੰਦੀ ਹੈ ਤਾਂ ਇਕੁਅਲ ਰੂਟ ਹੁੰਦੇ, ਇਕੁਅਲ ਰੂਟਸ ਬਰਾਬਰ। ਜਦੋਂ d ਦੀ ਵੈਲਿਊ ਹੁੰਦੀ ਹੈ ਨੈਗੇਟਿਵ, ਕੰਪਲੈਕਸ ਰੂਟਸ ਹੁੰਦੇ ਆ, ਮਤਲਬ ਕੋਈ ਐਕਚੁਅਲ ਰੂਟ ਨਿਕਲਦਾ ਹੀ ਨਹੀਂਗਾ। ਤੇ ਜਦੋਂ d ਦੀ ਵੈਲਿਊ ਪੋਜ਼ਿਟਿਵ ਹੁੰਦੀ ਹੈ ਤਾਂ ਡਿਫਰੈਂਟ ਰੀਅਲ ਵੈਲਿਊਜ਼। ਤਾਂ ਮੈਂ ਕੀ ਕਹਿਣਾ? 2 ਅਲੱਗ-ਅਲੱਗ ਪ੍ਰਾਕਿਰਤਿਕ ਮੂਲ ਹਨ। ਆ ਮੇਰੇ ਕੋਲੇ ਕੀ ਆ ਗਈ? ਇਹਦੀ ਕੰਡੀਸ਼ਨ ਆ ਗਈ। ਸੋ ਇਸ ਤਰ੍ਹਾਂ ਜਿਹੜਾ ਇਹ ਕੁਐਸਚਨ ਨੂੰ ਸੋਲਵ ਕਰਨਾ ਸੀ। ਨੈਕਸਟ ਜਿਹੜੀ 5th ਕੁਐਸਚਨ ਕੀ ਹੈ? ਕੁਆਡਰੈਟਿਕ ਇਕੁਏਸ਼ਨ ਨੂੰ ਸੋਲਵ ਕਰਨਾ ਹੈ। ਹੁਣ ਜਿਹੜੇ ਆਪਾਂ ਰੂਟਸ ਦੀ ਇੱਥੇ ਗੱਲ ਕੀਤੀ ਆ, ਵੀ ਜਿਹੜੇ ਆਪਾਂ ਰੂਟਸ ਦੀ ਇੱਥੇ ਗੱਲ ਕਰ ਰਹੇ ਆ ਵੀ ਇਹ ਕੀ ਹੈ, ਕਿਹੜੇ ਹੈ, ਕੰਪਲੈਕਸ ਹੈ ਜਾਂ ਰੀਅਲ ਹੈ ਜਾਂ ਕੀ ਹੈ। ਤਾਂ ਇਹ ਅਗਲੇ ਦੇ ਵਿੱਚ ਕੀ ਹੈ? ਨੈਕਸਟ ਕੁਐਸਚਨ ਦੇ ਵਿੱਚ ਕੀ ਕਹਿੰਦਾ? ਉਹ ਕਹਿੰਦਾ ਸੋਲਵ ਕਰੋ ਇਹਨੂੰ, ਇਹ ਮੂਲ ਨੂੰ ਪਤਾ ਕਰਕੇ ਦੱਸੋ। x ਦੀ 2 + 7x + 10 ਬਰਾਬਰ 0। ਦੇਖੋ ਮੂਲ ਪਤਾ ਕਰਨ ਦਾ ਫਿਰ 2 ਤਰੀਕੇ ਹੁੰਦੇ ਆ। ਇੱਕ ਤਾਂ ਕੀ ਹੈ? ਤੁਸੀਂ ਮਿਡ ਟਰਮ ਨੂੰ ਸਪਲਿਟ ਕਰ ਲਓ। ਜਿਹੜੀ x ਦੀ ਵੈਲਿਊ ਸਿੰਗਲ ਪਾਵਰ ਵਾਲੀ ਹੈ ਉਹਦੇ ਨਾਲ ਜੋ ਕੋਐਫੀਸ਼ੀਐਂਟ ਹੈ ਉਹਨੂੰ ਇਸ ਤਰ੍ਹਾਂ ਸਪਲਿਟ ਕਰ ਲਓ ਵੀ ਪਲੱਸ ਜਾਂ ਮਾਈਨਸ ਕੀਤੇ ਤੋਂ ਤੁਹਾਡੇ ਕੋਲੇ ਉਹ ਵੈਲਿਊ ਸੇਮ ਆ ਜੇ, ਜਿਵੇਂ 7 ਆ ਜੇ, ਤੇ ਮਲਟੀਪਲਾਈ ਕਰਨ ਤੋਂ ਬਾਅਦ ਕੀ ਆ ਜੇ? 10 ਆ ਜੇ। ਤਾਂ ਮੇਰੇ ਕੋਲ ਕੀ ਨੰਬਰ ਹੈ ਇਹੋ ਜਿਹੇ? 5 ਤੇ 2, 5x + 2x + 10 ਬਰਾਬਰ 0। ਇਸ ਤਰ੍ਹਾਂ ਸਪਲਿਟ ਕਰ ਲੈਣਾ। ਮਤਲਬ ਮੈਂ 5 ਤੇ 2 ਕਰਾਂ 7 ਹੈ, 5 ਦੂਣੀ 10 ਕਰਾਂ 10 ਹੈ, ਹੈ ਨਾ। ਤਾਂ ਹੁਣ ਕੀ ਕੀਤਾ? ਮੇਰੇ ਕੋਲੇ x ਤੇ ਇੱਥੇ ਕਾਮਨ ਕੱਢ ਲਿਆ ਇਹਨਾਂ ਦੋਵਾਂ ਚੋਂ, x + 5। ਦੇਖੋ ਇੱਥੋਂ x, ਇੱਕ x ਇੱਥੋਂ ਕਾਮਨ ਆ ਗਿਆ, ਇੱਥੋਂ ਇੱਕ x ਅੰਦਰ ਕੀ ਵੜ ਗਿਆ? x + 5 ਆ ਗਿਆ। ਨੈਕਸਟ ਪਲੱਸ ਕਾਮਨ ਆ ਗਿਆ, 2 ਕਾਮਨ ਆ ਗਿਆ, x + 5 = 0। ਹੁਣ ਇੱਥੋਂ ਤੱਕ ਕਰਕੇ ਇੱਕ ਚੀਜ਼ ਨੋਟ ਕਰਿਓ ਵੀ ਆਹ ਜਿਹੜੀਆਂ ਬ੍ਰੈਕਟਾਂ ਹੈ ਇਹ ਬਿਲਕੁਲ ਸੇਮ ਹੋਣੀਆਂ ਚਾਹੀਦੀਆਂ, ਫਿਰ ਤੁਹਾਡਾ ਕੁਐਸਚਨ ਸਹੀ ਹੈ। ਅਦਰਵਾਈਜ਼ ਤੁਹਾਡੇ ਕੁਐਸਚਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਨਫਿਊਜ਼ਨ ਬਣੀ ਹੋਈ ਹੈ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖਣਾ ਹੈ। ਮਤਲਬ x + 2, ਇੱਕ ਤਾਂ ਕੀ ਆ ਗਿਆ? x + 2, ਤੇ ਇੱਕ ਇਹਨਾਂ ਦੇ ਵਿੱਚੋਂ ਦੋਵਾਂ ਦੇ ਵਿੱਚੋਂ ਕਾਮਨ ਚੱਕ ਕੇ ਲਿਖ ਲੈਣਾ। ਤਾਂ ਮੇਰੇ ਕੋਲ x ਦੀਆਂ 2 ਵੈਲਿਊ ਆ ਗਈਆਂ ਅਲੱਗ-ਅਲੱਗ, -2 ਤੇ -5। ਇਹਨੂੰ ਵੀ ਮੈਂ ਅਲੱਗ ਤੋਂ 0 ਦੇ ਬਰਾਬਰ ਰੱਖੂੰ, ਇਹਨੂੰ ਵੀ ਅਲੱਗ ਤੋਂ 0 ਦੇ ਬਰਾਬਰ ਰੱਖੂੰ, ਤਾਂ ਵੈਲਿਊ ਕੀ ਆ ਗਈਆਂ? -2 ਤੇ -5 ਆ ਗਈਆਂ। ਸੋ 5th ਕੁਐਸਚਨ ਆਪਣਾ ਜਿਹੜਾ ਇਹ ਸੀਗਾ ਕੁਆਡਰੈਟਿਕ ਇਕੁਏਸ਼ਨ ਦੇ ਰੂਟਸ ਕਿਵੇਂ ਸੋਲਵ ਕਰਨੇ ਆ। 6th ਕੁਐਸਚਨ ਦੇਖੋ ਕੀ ਹੈ। 6th ਕੁਐਸਚਨ ਸਿੰਪਲੀਫਿਕੇਸ਼ਨ ਦਾ ਬੜਾ ਸਿੰਪਲ ਜਿਹਾ ਕੁਐਸਚਨ ਹੈ। ਦੇਖੋ ਆਪਾਂ ਸਕੇਅਰ ਤੇ ਸਕੇਅਰ ਰੂਟਸ ਕਰਦੇ ਹਾਂ ਨਾ। 64 ਦਾ ਰੂਟ -36 ਦੇ ਰੂਟ ਨੂੰ ਕਹਿੰਦੇ ਸੋਲਵ ਕਰੋ। ਦੇਖੋ ਕੀ ਸਿੰਪਲ ਜੀ ਗੱਲ ਹੈ ਵੀ 64 ਜਦੋਂ ਆਹ ਰੂਟ ਹੁੰਦਾ, ਰੂਟ ਦਾ ਮਤਲਬ ਕੀ ਹੈ? ਰੂਟ ਦਾ ਮੀਨਸ ਮੰਨ ਲਓ 8 × 8 = 64 ਹੁੰਦਾ ਹੈ ਨਾ, -6 × 6 = 36 ਹੁੰਦਾ, ਆਪਾਂ ਨੂੰ ਪਤਾ ਹੈ। ਤਾਂ ਆਹ 8 ਤੇ 8 ਦੇ ਵਿੱਚੋਂ ਇੱਕ ਵੈਲਿਊ ਬਾਹਰ ਕੱਢ ਕੇ ਲਿਖ ਲੈਣੀ ਹੈ। 8 - 6 = 2 ਮੇਰੇ ਕੋਲ ਆਨਸਰ ਆ ਗਿਆ। ਸੋ ਇਸ ਤਰ੍ਹਾਂ ਸਿੰਪਲੀਫਾਈ। ਕਈ ਵਾਰੀ ਦੇਖੋ ਕੁਐਸਚਨ ਪੇਪਰ ਦੇ ਵਿੱਚ ਐਗਜ਼ਾਮੀਨਰ ਇਕੱਲੇ ਔਖੇ ਨਹੀਂ ਪਾਉਂਦਾ, ਸੌਖੇ ਵੀ ਪਾਉਂਦਾ ਹੁੰਦਾ। ਸੋ ਇਸ ਚੀਜ਼ ਨੂੰ ਕੀ ਹੈ ਧਿਆਨ ਰੱਖਣਾ। 1 ਤੋਂ ਲੈ ਕੇ 20 ਤੱਕ ਤੁਹਾਨੂੰ ਸਕੇਅਰ ਤੇ ਸਕੇਅਰ ਰੂਟ, ਕਿਊਬ ਤੇ ਕਿਊਬ ਰੂਟ ਪਤਾ ਹੋਣੇ ਚਾਹੀਦੇ। ਜਿਵੇਂ 1 ਦਾ 1 ਹੁੰਦਾ, 2 ਦਾ 4 ਹੁੰਦਾ, 3 ਦਾ 9 ਹੁੰਦਾ, 4 ਦਾ 16 ਹੁੰਦਾ, 5 ਦਾ 25 ਹੁੰਦਾ, 6 ਦਾ 36 ਹੁੰਦਾ, 7 ਦਾ 49 ਹੁੰਦਾ। ਇਸ ਤਰ੍ਹਾਂ ਜਿਹੜਾ ਅੱਗੇ ਪਤਾ ਹੋਣਾ ਜ਼ਰੂਰੀ ਹੈ। 7th ਕੁਐਸਚਨ ਕੀ ਹੈ? ਦੇਖੋ ਨੰਬਰ ਸਿਸਟਮ ਦੇ ਵਿੱਚੋਂ ਹੀ ਆਪਣਾ ਇੰਪੋਰਟੈਂਟ ਟੌਪਿਕ ਹੈ LCM ਤੇ HCF, ਸਭ ਤੋਂ ਬੇਸਿਕ ਟੌਪਿਕ ਹੈ, ਹੈ ਨਾ। ਲੱਲਾ ਸੱਸਾ ਵਾਵਾ ਤੇ ਮੰਮਾ ਸੱਸਾ ਵਾਵਾ। ਹੁਣ ਕੀ ਕਹਿੰਦਾ? ਕਹਿੰਦਾ ਕੋਈ 3 ਵੈਲਿਊਜ਼ ਹੈ, 3 ਨੰਬਰ ਹੈ, ਠੀਕ ਹੈ।
ਜਿਨ੍ਹਾਂ ਦਾ ਮੰਮਾ ਸੱਸਾ ਵਾਵਾ ਹੈਗਾ 12, ਉਹ ਕੀ ਹੈ 12 ਹੈ ਨਾ, ਉਹ ਕਹਿੰਦਾ 12 ਹੈ, ਮੰਮਾ ਸੱਸਾ ਵਾਵਾ ਆਪਣਾ ਕੀ ਹੈ 12। ਦੇਖੋ ਕੁਐਸਚਨ ਇਹ ਬਾਈ ਆਪਸ਼ਨ ਵੀ ਹੋਣ ਵਾਲਾ ਹੈ, ਇਹ ਬਾਈ ਆਪਸ਼ਨ ਹੋਣ ਵਾਲਾ ਕੁਐਸਚਨ ਹੈ। ਦੇਖੋ ਜਿਹੜੀਆਂ ਆਪਸ਼ਨ ਸੀਗੀਆਂ ਨਾ, ਮੈਂ ਇੱਥੇ ਲਿਖ ਨਹੀਂ ਪਾਇਆ, ਉਹ ਸੀਗੀਆਂ ਮੇਰੀਆਂ 12 24 36 10 15 ਤੇ 20, ਠੀਕ ਹੈ, 4 8 ਤੇ 12 ਇਦਾਂ ਕਰਕੇ ਸੀਗੀਆਂ। ਤਾਂ ਦੇਖੋ HCF ਕੀ ਹੁੰਦਾ, ਹਾਈਐਸਟ ਕਾਮਨ ਫੈਕਟਰ, ਵੱਡੇ ਤੋਂ ਵੱਡਾ ਕਾਮਨ ਫੈਕਟਰ ਜਿਹੜਾ ਤਿੰਨਾਂ ਦੇ ਵਿੱਚ ਮੌਜੂਦ ਹੈ। ਤਾਂ ਦੇਖੋ ਮੈਨੂੰ ਇੱਥੇ ਕੀ ਦਿਖ ਰਿਹਾ ਹੈ, ਇੱਥੇ ਤਾਂ ਮੈਨੂੰ ਦਿਖ ਰਿਹਾ ਵੀ 12 ਤਾਂ ਕਿਸੇ ਹਿਸਾਬ 'ਚ ਕਾਮਨ ਆ ਹੀ ਨਹੀਂ ਆ, ਤਾਂ ਮੇਰੇ ਕੋਲ ਆਪਸ਼ਨ ਕੀ ਆ ਗਈ, ਰੋਂਗ ਆ ਗਈ। ਹੁਣ ਦੋ ਆਪਸ਼ਨ ਹੈ, ਇੱਥੇ 12 ਆ ਰਿਹਾ ਪਰ ਇੱਥੇ 12 ਇਹਦੇ ਵਿੱਚ ਨਹੀਂ ਆ ਰਿਹਾ, ਇਹਦੇ ਵਿੱਚ ਨਹੀਂ ਆ ਰਿਹਾ, ਤਾਂ ਮੇਰੇ ਕੋਲ ਸਿੱਧੀ ਆਪਸ਼ਨ ਕੀ ਬਚਦੀ ਹੈ 12 24 ਤੇ 36, 12 24 ਤੇ 36। ਕਿਉਂ ਮੈਨੂੰ ਪਤਾ 12 ਦੇ ਵਿੱਚ ਵੀ 12 ਕੀ ਹੈ, ਇੱਕ ਫੈਕਟਰ ਹੈ, 24 ਦੇ ਵਿੱਚ ਵੀ ਫੈਕਟਰ ਹੈ 12 ਗੁਣਾ 2, 36 ਦੇ ਵਿੱਚ ਵੀ ਫੈਕਟਰ ਹੈ 12 ਗੁਣਾ 3। ਤੇ ਜੇ ਮੈਂ ਗੱਲ ਕਰਾਂ 12 24 36 ਤਾਂ ਕੀ ਹੈ, ਤਿੰਨੋਂ ਕੀ ਹੈ ਰੇਸ਼ੋ ਦੇ ਵਿੱਚ ਵੀ ਹੈ, 1:2:3 ਦੇ ਵਿੱਚ ਵੀ ਹੈ। ਤਾਂ 12 24 36 ਇਹੋ ਜਿਹੇ ਕੁਐਸਚਨ ਕੀ ਹੈ ਬਾਈ ਆਪਸ਼ਨ ਵੀ ਆਪਣੇ ਨਿਕਲ ਆਉਂਦੇ ਆ। ਤਾਂ ਇਹੋ ਜਿਹੇ ਜਿਹੜੇ 2-3 ਨੰਬਰ ਹੈ ਕੀ ਹੋ ਸਕਦੇ ਆ, ਉਹ ਹੋ ਸਕਦੇ 12 24 36। ਹੁਣ ਜ਼ਰੂਰੀ ਨਹੀਂ ਵੀ 12 24 36 ਹੋਣਗੇ, ਇਹ ਕੀ ਹੈ, ਮੰਨ ਲਓ ਮੈਂ ਇਹਨਾਂ ਸਾਰਿਆਂ ਨੂੰ 2 ਨਾਲ ਮਲਟੀਪਲਾਈ ਕਰ ਦਿਆਂ ਹੈ ਨਾ, ਬਟ ਫਿਰ ਕੀ ਹੋਊਗਾ ਮੇਰੇ ਕੋਲੇ, ਤੁਸੀਂ ਕਹੋਗੇ ਵੀ 12 24 36 ਕਿਉਂ ਆਇਆ। ਜੇ ਮੈਂ 2 ਨਾਲ ਮਲਟੀਪਲਾਈ ਕਰਤਾ ਤਾਂ ਮੇਰੇ ਕੋਲੇ ਹਾਈਐਸਟ ਕਾਮਨ ਫੈਕਟਰ 12 ਨਾਲ ਬਚ ਕੇ ਕਿੰਨਾ ਬਚ ਜੂਗਾ, 24 ਬਚ ਜੂ, ਕਿਉਂਕਿ 2 ਵੀ ਤਾਂ ਕਾਮਨ ਆ ਜੂਗਾ ਨਾ ਵਿੱਚੋਂ, ਤਾਂ ਫਿਰ ਕੀ ਹੋਊ 24 ਹੋ ਜੂਗਾ। ਤਾਂ ਇਸ ਕਰਕੇ ਜਿਹੜਾ ਆਨਸਰ ਮੇਰਾ ਉਹ 12 24 36 ਹੀ ਨਿਕਲਣਾ। ਜਦੋਂ ਪ੍ਰੈਕਟਿਸ ਕਰੋਗੇ ਤੁਹਾਨੂੰ ਇਹਦਾ ਕੀ ਹੈ ਆਨਸਰ ਜਿਹੜਾ ਉਹ ਬਾਈ ਆਪਸ਼ਨਸ ਇੱਦਾਂ ਟਿਕ ਕਰਨਾ ਵੀ ਪਤਾ ਲੱਗ ਜੂਗਾ। ਉਸ ਚੀਜ਼ ਦਾ ਵੀ ਖਿਆਲ ਰੱਖਣਾ ਵੀ ਕਈ ਕੁਐਸਚਨ ਦੇ ਆਨਸਰ ਹੁੰਦੇ ਜਿਹੜੇ ਆਪਸ਼ਨ ਨੂੰ ਵੇਖਣ ਸਾਰ ਵੈਸੇ ਹੀ ਪਤਾ ਲੱਗ ਜਾਂਦੇ ਆਪਾਂ ਨੂੰ, ਇੱਦਾਂ ਸੋਲਵ ਕਰਨ ਦੀ ਲੋੜ ਨਹੀਂ ਪੈਂਦੀ। ਹਰ ਕੁਐਸਚਨ ਨੂੰ ਕਿ ਇੱਕ ਸਿਰੇ ਤੋਂ ਨਹੀਂ ਦੇਖਣਾ, ਪੁੱਠੇ ਐਂਡ ਤੋਂ ਵੀ ਦੇਖੀਦਾ ਹੁੰਦਾ। तो ये अपने ਜਿਹੜੇ क्वेश्चन ਸੀਗੇ। ਨੈਕਸਟ ਆਪਣਾ 8th क्वेश्चन देखो की बनता है। 8th क्वेश्चन की कहता है, कहता एक नंबर है, एक डेसीमल नंबर है, दशमलव नंबर है ना, ये किस तरह का दशमलव है। देखो डेसीमल्स किन्ने तरह के होंगे, एक तो होंगे एक्सपेंडेड, एक होंगे नॉन एक्सपेंडेड, यानी एक शांत आवर्ती का तो एक अशांत आवर्ती का। तो देखो शांत दशमलव किहड़ा होंदा भी जिहड़ा अगे अगे वधे ना, तो अशांत किहड़ा होंदा है जिहड़ा अगे अगे ਵੱਧਦਾ ਹੀ ਤੁਰਿਆ ਜਾਂਦਾ, मतलब कदे भी वो रिपीट। मान के चलो मैं इत्थे तुहानूं कोई क्वेश्चन कहां भी 1/3 है, तो हुण मैं कहां भी 3 1 इदां ही सॉल्व करदे ना आपां, तो इत्थे की पहलां ही 0 लाउणी पैगी, पॉइंट 3 3 9, एक फिर बच गया, फिर एक बच गया, एक फिर बच गया अगे। तो मेरा ये कदे भी मुक्कण वाला नहीं, कदे भी डिवाइड होकर खत्म नहीं होंदा। ये किहड़ा अशांत आवर्ती का। तो देखो आह दशमलव तो मेरे सामने दिख रहा, देखो उन्होंने भुलेखा जा की पाया होया भी इदा इदा करके 0 1 0 1 0 1 रिपीट हो रहा भी ये खनी अशांत होऊगा। पर अशांत क्यों होऊगा, क्योंकि ये खत्म हो गया। ये मैनू उन्हें किते कहा ही नहीं गा भी ये इदा इदा एक्सपैंड हो रहा, जां इत्थे बार लाई होवे। जे तां उन्हें बार लाई हुंदी है ना, जां वो इदा डॉट 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 लाउंदा, फिर तो आपां की कहंदे ये अशांत आवर्ती का। तो ऑप्शन की सीगियां देखो, शांत आवर्ती, अशांत आवर्ती है ना, जां की है भाज योग या अभाज योग। तो देखो ये की है मेरा शांत आवर्ती का दशमलव है, क्योंकि पॉइंट तो बाद ये 6 डिजिट ते जाके खत्म हो गया, इदों अगे वो वध नहीं रहा। तो ये की है मेरा शांत आवर्ती का दशमलव। देखो मेरे शांत ते अशांत किवें कढदे हुंदे आपां। मान लो मैं कहता तुहानूं 5/10 है, ये दसो ये शांत है कि अशांत है। तो बटे की वैल्यू नहीं आपां दशमलव च लिआने ना, तो आपां की करते हैं डिनोमीनेटर चकते हैं, ये बनाने फैक्टर 2 गुणा 5 बन गए, प्राइम फैक्टर बनाने अभाज। फिर देखते हैं भी फैक्टर 2 ते 5 की फॉर्म च आए हैं। जे तो 2 ते 5 की फॉर्म च आए हो, चाहे वो किवें भी आए हो, चाहे वो इदां करके आए हो, जां कह लो भी इदां करके आए हो, पर आए 2 ते 5 की फॉर्म च हो, बस होर नहीं कुछ होना चाहिए। फिर तो मेरा की है शांत दशमलव है। जे मैं कहां ये 2 गुणा 3 गुणा 5 आ गया, मतलब आ चीज़ आ गई, तो ये मेरा की है अशांत आवर्ती का दशमलव हो जाऊगा, शांत नहीं रहूगा। तो ये चीज़ जी पछाणन की भी सिर्फ 2 ते 5 जे हर दे विच होवे तो सीधा आप वेख के दस सकते हैं भी ये शांत आवर्ती का दशमलव है, अदरवाइज वो अशांत आवर्ती का दशमलव है। सो ये अपना क्वेश्चन ये अगेन नंबर सिस्टम के विचों बनता सीगा। अगे अपना 9th क्वेश्चन देखो की आ। 9th क्वेश्चन मेरा हैगा जी, एक समान आधार ते समान उचाई वाला शंकु है ना, ये सरफेस एरिया दे विचों आ गया। एक कहते
ਇੱਕ ਹੈਗਾ ਸ਼ੰਕੂ, ਇੱਕ ਹੈਗਾ ਸਿਲੰਡਰ, ਹਨਾ। ਸ਼ੰਕੂ ਤੇ ਸਿਲੰਡਰ ਕਿਵੇਂ ਦੇ ਹੁੰਦੇ ਆ? ਦੇਖੋ ਸ਼ੰਕੂ ਆਹ ਵਾਲਾ ਹੁੰਦਾ, ਇਹ ਆਹ ਵਾਲਾ ਕੀ ਹੈ? ਸਿਲੰਡਰ ਹੁੰਦਾ। ਕਹਿੰਦੇ ਕੀ ਹੈ? ਕਹਿੰਦਾ ਆਹ ਜਿਹੜਾ ਇਹਦੀ ਵੀ ਰੇਡੀਅਸ ਆਰ ਹੈ, ਇਹਦਾ ਵੀ ਰੇਡੀਅਸ ਆਰ ਹੈ। ਕਿਉਂ? ਕਿਉਂਕਿ ਉਹ ਕਹਿ ਰਿਹਾ ਵੀ ਸਮਾਨ ਆਧਾਰ ਵਾਲੇ, ਵੀ ਇੱਕੋ ਜਿਹਾ ਆਧਾਰ ਹੈ, ਬੇਸ ਤਾਂ ਗੋਲ ਹੈ ਦੋਵਾਂ ਦਾ, ਦੋਵੇਂ ਇੱਕੋ ਜਿਹੇ ਆਧਾਰ ਵਾਲੇ ਹੈ। ਹੁਣ ਉਹ ਕਹਿੰਦਾ ਨਾਲ ਨਾਲ ਕਹਿੰਦਾ ਉਚਾਈ ਵੀ ਇੱਕੋ ਜਿਹੀ ਹੈ ਇਹਨਾਂ ਦੀ, ਉੱਚੇ ਵੀ ਬਰਾਬਰ ਦੇ ਹੀ ਹੈ, ਆ ਵੀ ਐਚ ਹੈ, ਆ ਵੀ ਐਚ ਹੈ। ਤਾਂ ਹੁਣ ਕਹਿੰਦਾ ਇਹਨਾਂ ਦੇ ਆਇਤਨ, ਇਹਨਾਂ ਦੇ ਵੋਲੀਅਮ ਦਾ ਆਪਸ ਵਿੱਚ ਰਿਲੇਸ਼ਨ ਕੀ ਹੋਊਗਾ? ਤਾਂ ਆਪਣੇ ਕੋਲ ਵੋਲੀਅਮ ਦਾ ਇਹਦਾ ਫਾਰਮੂਲਾ ਕੀ ਹੁੰਦਾ? 1/3 ਪਾਈ ਆਰ ਸਕੁਅਰ ਐਚ, ਇਹਦਾ ਕੀ ਹੁੰਦਾ? ਪਾਈ ਆਰ ਸਕੁਅਰ ਐਚ, ਇਹ ਚੀਜ਼ ਹੋਊਗੀ। ਤਾਂ ਹੁਣ ਆਪਾਂ ਨੂੰ ਰਿਲੇਸ਼ਨ ਪੁੱਛ ਰਿਹਾ ਨਾ ਉਹ, ਤਾਂ ਰਿਲੇਸ਼ਨ ਦਾ ਮਤਲਬ ਉਹ ਆਪਾਂ ਨੂੰ ਕੀ ਪੁੱਛ ਰਿਹਾ? ਰੇਸ਼ੋ ਪੁੱਛ ਰਿਹਾ। ਤਾਂ ਮੈਂ ਕੀ ਕਰੂੰਗਾ? ਸ਼ੰਕੂ ਬਟਾ ਸਿਲੰਡਰ ਲਿਖ ਲੂੰਗਾ। ਤਾਂ ਇਹ ਮੈਂ ਲਿਖ ਲਿਆ 1/3 ਪਾਈ ਆਰ ਸਕੁਅਰ ਐਚ, ਇਹਦਾ ਆਇਤਨ ਲਿਖ ਲਿਆ, ਉਹਦਾ ਲਿਖ ਲਿਆ ਪਾਈ ਆਰ ਸਕੁਅਰ ਐਚ। ਇਹਦੇ ਨਾਲ ਇੱਕ ਕੈਂਸਲ ਹੋ ਗਿਆ, ਇਹ ਕੀ ਰਹਿ ਗਿਆ? 1/3 ਰਹਿ ਗਿਆ। ਤਾਂ ਇੱਥੋਂ ਕੀ ਮੇਰੇ ਕੋਲ ਨਿਕਲ ਕੇ ਆਇਆ? ਮੇਰੇ ਕੋਲ ਨਿਕਲ ਕੇ ਆਇਆ ਵੀ ਸ਼ੰਕੂ ਦਾ ਆਇਤਨ ਹੈ ਜਿਹੜਾ ਉਹ ਸਿਲੰਡਰ ਦੇ ਆਇਤਨ ਦਾ ਤੀਜਾ ਹਿੱਸਾ ਹੈ। ਮਤਲਬ ਜੇ ਜਾਂ ਕਹਿ ਲਓ ਵੀ ਸਿਲੰਡਰ ਦਾ ਜਿਹੜਾ ਆਇਤਨ ਆ ਉਹ ਸ਼ੰਕੂ ਦਾ 3 ਗੁਣਾ ਹੈ। ਵੀ ਜੇ ਸ਼ੰਕੂ ਦਾ ਆਇਤਨ 1 ਹੋਊਗਾ ਤਾਂ ਸਿਲੰਡਰ ਦਾ ਆਇਤਨ 3 ਹੋ ਜੂ। ਜੇ ਸ਼ੰਕੂ ਦਾ ਆਇਤਨ 100 ਹੋਊਗਾ ਤਾਂ ਸਿਲੰਡਰ ਦਾ ਆਇਤਨ ਮੇਰਾ 300 ਹੋ ਜਾਊਗਾ। ਤਾਂ ਆਪਸ਼ਨ ਦੇ ਅਕੋਰਡਿੰਗ ਜਿਹੜਾ ਇਹਦਾ ਆਨਸਰ ਬਣਦਾ ਉਹ 1:3 ਬਣਦਾ। ਹੁਣ ਦੇਖੋ ਤੁਸੀਂ ਕਹੋਗੇ 3:1 ਕਿਉਂ ਨਹੀਂ ਬਣਿਆ? 3:1 ਤਾਂ ਨਹੀਂ ਬਣਿਆ ਕਿਉਂਕਿ ਸ਼ੰਕੂ ਮੂਹਰੇ ਲਿਖਿਆ ਹੋਇਆ। ਜੇ ਉਹ ਕਹਿੰਦਾ ਸਿਲੰਡਰ ਦਾ ਸ਼ੰਕੂ ਨਾਲ ਸੰਬੰਧ ਪਤਾ ਕਰੋ ਤਾਂ ਆਉਣਾ ਸੀ 3:1। ਹੁਣ ਕੀ ਆਊਗਾ? 1:3, ਮਤਲਬ ਸ਼ੰਕੂ ਛੋਟਾ ਮੇਰੇ ਕੋਲ। ਤਾਂ ਇਹ ਮੇਰਾ ਕੀ ਹੈ? ਸਰਫੇਸ ਏਰੀਆ ਦਾ ਕੁਐਸਚਨ ਸੀ। ਇਦਾਂ ਦੇ ਕੁਐਸਚਨ ਨੂੰ ਸੋਲਵ ਕਰਨ ਵਾਸਤੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ? ਫਾਰਮੂਲਾਜ਼ ਪਤਾ ਹੋਣੇ ਚਾਹੀਦੇ, ਫਾਰਮੂਲਾਜ਼ ਤੁਹਾਨੂੰ ਟਿਪਸ ਤੇ ਹੋਣੇ ਚਾਹੀਦੇ। ਸੋ ਨੈਕਸਟ ਕੀ ਹੈ ਕੁਐਸਚਨ? ਨੈਕਸਟ ਅਗੇਨ ਸਰਫੇਸ ਏਰੀਆ ਦਾ ਕੁਐਸਚਨ ਹੈ, ਪਰ ਇਹ 2D ਦਾ, ਸਰਕਲ ਦਾ। ਕਹਿੰਦਾ ਇੱਕ ਸਰਕਲ ਹੈ ਆਹ ਵਾਲਾ, ਠੀਕ ਹੈ। ਇਹ ਸਰਕਲ ਦਾ ਆਹ ਵਾਲਾ ਸਾਰਾ ਏਰੀਆ ਕਿੰਨਾ ਹੈ? 154 ਮੀਟਰ ਸਕੁਅਰ ਹੈ। ਤਾਂ ਕਹਿੰਦਾ ਇੱਕ ਰੇਡੀਅਸ, ਆਹ ਵਾਲਾ ਇਹਦਾ ਰੇਡੀਅਸ ਆਰ, ਇੱਕ ਹੁੰਦਾ ਮੰਨ ਲਓ, ਇੱਕ ਹੁੰਦਾ ਡਾਇਆਮੀਟਰ, ਪੂਰਾ ਡਾਇਆਮੀਟਰ ਹੈ ਨਾ। ਇਹ ਪਤਾ ਕਰਕੇ ਦੱਸੋ, ਕਹਿੰਦਾ ਇਹਦੀ ਲੈਂਥ ਕਿੰਨੀ ਹੈ? ਡੀ ਹੁੰਦਾ ਹੈ ਨਾ। ਤਾਂ ਦੇਖੋ ਮੈਨੂੰ ਪਤਾ ਵੀ ਏਰੀਆ ਆਫ ਸਰਕਲ, ਚੱਕਰ ਦਾ ਖੇਤਰਫਲ ਕਿੰਨਾ ਹੁੰਦਾ? ਕਿਉਂ ਆਪਾਂ ਦੇਖੋ ਤੁਸੀਂ ਕਹੋਗੇ ਇਹ ਤਾਂ ਪਤਾ ਆਪਾਂ ਨੂੰ ਆਲਰੇਡੀ, ਪਾਈ ਆਰ ਸਕੁਅਰ, ਪਰ ਇਹ 154 ਇਹਨੇ ਕੁਐਸਚਨ ਦੇ ਅਕੋਰਡਿੰਗ ਵੀ ਦਿੱਤਾ ਹੋਇਆ। ਤਾਂ ਮੈਂ ਕੀ ਕਰੂੰਗਾ? ਪਾਈ ਆਰ ਸਕੁਅਰ ਬਰਾਬਰ 154 ਰੱਖ ਲੂੰਗਾ। ਕਿਉਂ? ਮੈਂ ਰੇਡੀਅਸ ਕੱਢ ਲੂੰਗਾ ਤਾਂ ਮੈਂ ਡਾਇਆਮੀਟਰ ਵੀ ਕੱਢ ਦੂੰਗਾ। ਤਾਂ ਪਾਈ ਦੀ ਵੈਲਿਊ ਮੈਨੂੰ ਪਤਾ ਕਿੰਨੀ ਹੁੰਦੀ ਹੈ? 22/7। ਆਰ ਮੈਨੂੰ ਪਤਾ ਨਹੀਂ, ਮੈਂ ਉਵੇਂ ਹੀ ਰੱਖ ਲਿਆ 154। ਆਰ ਸਕੁਅਰ ਮੇਰਾ ਕਿੰਨਾ ਹੋ ਗਿਆ? 154 ਹੈ ਨਾ, 7/22 ਹੋ ਗਿਆ। ਤਾਂ 22 ਨੂੰ ਮੈਂ ਸੋਲਵ ਕਰੂੰ ਕੱਟ ਕੇ, ਇਹਦਾ ਅੱਧ ਕਰਦਾ 11, ਮੰਨ ਲਓ ਇਹਦਾ ਅੱਧ ਕਰਦਾ ਮੈਂ 75 ਤੇ 2 77, 11 ਨੂੰ ਕੀਤਾ 7 ਨਾਲ। ਤਾਂ ਆਰ ਸਕੁਅਰ ਮੇਰੇ ਕੋਲ ਕਿੰਨਾ ਹੋ ਗਿਆ? 7 × 7 ਹੋ ਗਿਆ। ਮੈਂ 49 ਨਹੀਂ ਲਿਖਦਾ। ਕਿਉਂ ਨਹੀਂ ਲਿਖਦਾ? ਕਿਉਂਕਿ ਮੇਰੇ ਕੋਲ ਆਰ ਸਕੁਅਰ ਹੈ, ਮੈਂ ਰੂਟ ਲਾਉਂਗਾ। ਤਾਂ ਰੂਟ ਨਾਲ ਸਕੁਅਰ ਕੱਟਿਆ ਗਿਆ। ਆਰ ਦੀ ਵੈਲਿਊ ਮੇਰੇ ਕੋਲ ਕਿੰਨੀ ਆ ਗਈ? 7 ਮੀਟਰ ਆ ਗਈ। ਜੇ ਮੇਰੇ ਕੋਲ ਰੇਡੀਅਸ 7 ਮੀਟਰ ਆ ਗਿਆ, ਅਰਧ ਵਿਆਸ 7 ਮੀਟਰ ਆ ਗਿਆ, ਤਾਂ ਹੁਣ ਇੱਥੇ ਕੁਐਸਚਨ ਸੋਲਵ ਨਹੀਂ ਕਰ ਦੇਣਾ। ਆਪਸ਼ਨ 'ਚ ਤੁਹਾਨੂੰ 7 ਮੀਟਰ ਵੀ ਮਿਲੂਗਾ, ਕਿਉਂਕਿ ਆਪਾਂ ਕਾਹਲੀ ਦੇ ਵਿੱਚ ਆਨਸਰ ਲਾ ਜਾਂਦੇ ਆ। ਉਹਨੇ ਆਪਾਂ ਨੂੰ ਵਿਆਸ ਪੁੱਛਿਆ, ਉਹਨੇ ਆਪਾਂ ਨੂੰ ਡਾਇਆਮੀਟਰ ਪੁੱਛਿਆ। ਤਾਂ ਉਹ ਕਿੰਨਾ ਹੁੰਦਾ ਹੈ? 2 × ਆਰ, ਯਾਨੀ 2 × 7 = 14 ਮੀਟਰ ਮੇਰਾ ਕੀ ਆ ਗਿਆ? ਵਿਆਸ ਆ ਗਿਆ। ਸੋ ਇਹ ਆਪਣਾ ਜਿਹੜਾ ਆਨਸਰ 14 ਮੀਟਰ ਸੀਗਾ। ਸੋ ਇਹ ਆਪਣੇ ਜਿਹੜੇ ਕੁਝ ਟੌਪਿਕਸ, ਜਿਹੜੇ ਇੰਪੋਰਟੈਂਟ ਟੌਪਿਕਸ ਹੁੰਦੇ ਆ, ਉਹਦੇ ਵਿੱਚੋਂ ਜਿਹੜੇ ਰਲਵੇਂ ਮਿਲਵੇਂ ਕੁਐਸਚਨ ਜਿਹੜੇ ਆਪਾਂ ਬਣਾ ਕੇ ਲਿਆਂਦੇ, ਇਦਾਂ ਦੇ ਕੁਐਸਚਨ ਆਪਾਂ ਡੇਲੀ ਸੋਲਵ ਕਰਿਆ ਕਰਾਂਗੇ, ਤਾਂ ਜੋ ਜਿਹੜੀ ਤੁਹਾਡੀ ਪ੍ਰੈਕਟਿਸ ਹੈ ਜਿਹੜੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਹੁੰਦੀ ਰਹੇ। ਥੈਂਕ ਯੂ ਜੀ।